बहुत ही सत्कारयोग गुरु रूप गुरु सवारे खालसा जीओ। आओ सब तो पहला गुरुदेव पातशाह की बख्शिश मुकद्दस फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। जिस तरह के अक्सर ਜਿਹੜੇ ਵਰਤਾਰੇ ਚਾਹੇ ਉਹ ਰਾਜਨੀਤੀ ਦੇ ਵਿੱਚ ਹੁੰਦੇ ਨੇ, ਧਰਮ ਦੇ ਵਿੱਚ ਹੁੰਦੇ ਨੇ, ਸਮਾਜ ਦੇ ਵਿੱਚ ਹੁੰਦੇ ਨੇ, ਜਦੋਂ ਉਹ ਰੋਜ਼ ਵਾਪਰਦੇ ਨੇ ਤੇ ਤਕਰੀਬਨ ਜਿੰਨੇ ਵੀ ਅਸੀਂ ਲੋਕ ਹਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਨਾਲ ਵਾਬਸਤਾ ਹਾਂ ਤਾਂ ਤਕਰੀਬਨ ਉਹਨਾਂ ਦੀ ਜਾਣਕਾਰੀ ਸਾਨੂੰ ਮੌਕੇ ਸਿਰ ਮਿਲਦੀ ਰਹਿੰਦੀ ਹੈ। ਔਰ ਕੁਝ ਵਰਤਾਰੇ ਇਵੇਂ ਦੇ ਵਾਪਰਦੇ ਨੇ ਜਿਹੜੇ ਕਿਤੇ ਨਾ ਕਿਤੇ ਸਾਡੀ ਮਾਨਸਿਕਤਾ ਦੇ ਨਾਲ ਜਾਂ ਸਾਡੇ ਜਜ਼ਬਾਤਾਂ ਦੇ ਨਾਲ ਬਹੁਤ ਨੇੜਲਾ ਸੰਬੰਧ ਰੱਖਦੇ ਨੇ। ਇੱਕ ਇਸੇ ਤਰ੍ਹਾਂ ਦਾ ਹੀ ਵਰਤਾਰਾ ਪਿਛਲੇ ਕੁਝ ਦਿਨਾਂ ਤੋਂ ਸੁਰਖੀਆਂ ਦੇ ਵਿੱਚ ਹੈ ਕਿ ਕਾਂਗਰਸ ਦੇ ਵੱਲੋਂ ਸਿੱਖ ਨਸਲਕੁਸ਼ੀ ਦੇ ਦੋਸ਼ੀ ਜਗਦੀਸ਼ ਟਾਈਟਲਰ ਨੂੰ ਆਪਣੀ ਪਾਰਟੀ ਦਾ ਪਰਮਾਨੈਂਟ ਇਨਵਾਈਟੀ ਜਿਹੜਾ ਹੈ ਉਹ ਬਣਾ ਦਿੱਤਾ ਗਿਆ ਹੈ ਜਾਂ ਫਿਰ ਨਾਮਜ਼ਦ ਕੀਤਾ ਗਿਆ ਹੈ। ਤਕਰੀਬਨ ਸਿੱਖਾਂ ਦੇ ਵੱਲੋਂ ਜਾਗਰੂਕ ਧਿਰਾਂ ਵੱਲੋਂ ਇਸ ਗੱਲ ਦਾ ਬਹੁਤ ਵਿਰੋਧ ਵੀ ਹੋਇਆ। ਬੇਸ਼ੱਕ ਇਹ ਸਾਰਿਆਂ ਨੂੰ ਪਤਾ ਹੈ ਕਿ ਜਿਸ ਤਰ੍ਹਾਂ ਦੀ ਭੂਮਿਕਾ ਉਸ ਸਮੇਂ ਕਾਂਗਰਸ ਦੇ ਵੱਲੋਂ ਸਿੱਖ ਨਸਲਕੁਸ਼ੀ ਦੇ ਵਿੱਚ ਇਹਨਾਂ ਦੀ ਲੀਡਰਸ਼ਿਪ ਦੇ ਵੱਲੋਂ ਨਿਭਾਈ ਗਈ, ਜਾਂ ਫਿਰ ਦੂਜੇ ਰੂਪ ਦੇ ਵਿੱਚ ਇਹ ਵੀ ਕਹਿ ਲਈਏ ਕਿ ਜਿਸ ਤਰ੍ਹਾਂ ਦਾ ਸਿੱਖ ਵਿਰੋਧੀ ਮਾਹੌਲ ਸਿਰਜਿਆ ਗਿਆ ਉਹਦੇ ਵਿੱਚ ਇਸ ਲੀਡਰਸ਼ਿਪ ਦਾ ਕੀ ਹੱਥ ਸੀ, ਇਹ ਮੇਰੇ ਖਿਆਲ ਦੇ ਨਾਲ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ ਹੈਗਾ। ਰਵਾਇਤੀ ਜਿਹੜੀ ਸਾਡੀ ਸਿੱਖ ਲੀਡਰਸ਼ਿਪ ਆ ਬੇਸ਼ੱਕ ਉਹ ਵੀ ਕਿਸੇ ਨਾ ਕਿਸੇ ਮੁੱਦੇ ਨੂੰ ਆਪਣੇ ਮੌਕੇ ਦੇ ਅਨੁਸਾਰ ਜਦੋਂ ਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਮੁੱਦੇ ਦੇ ਨਾਲ ਵੋਟਾਂ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅੱਗੇ ਵਧਿਆ ਜਾ ਸਕਦਾ ਹੈ, ਤੇ ਇਸ ਗੱਲ ਦਾ ਸਿੱਖਾਂ ਦੀ ਰਵਾਇਤੀ ਲੀਡਰਸ਼ਿਪ ਵੱਲੋਂ ਵੀ ਵਿਰੋਧ ਕੀਤਾ ਜਾਂਦਾ ਹੈ, ਭਾਵੇਂ ਕਿ ਜਿਹੜੇ ਸਿੱਖਾਂ ਦੇ ਬਹੁਤ ਅਹਿਮ ਤੇ ਸੰਜੀਦਾ ਮੁੱਦੇ ਨੇ ਉਹਦੇ ਉੱਪਰ ਜਿਹੜੀ ਸਾਡੀ ਰਵਾਇਤੀ ਸਿੱਖ ਲੀਡਰਸ਼ਿਪ ਹੈ ਉਹਦੇ ਵੱਲੋਂ ਕਦੀ ਦੰਦ ਤੋਂ ਦੰਦ ਨਹੀਂ ਚੁੱਕਿਆ ਜਾਂਦਾ। ਹੁਣ ਜਦੋਂ ਜਗਦੀਸ਼ ਟਾਈਟਲਰ ਨੂੰ ਕਾਂਗਰਸ ਦਾ ਪਰਮਾਨੈਂਟ ਇਨਵਾਈਟੀ ਜਿਹੜਾ ਉਹ ਨਾਮਜ਼ਦ ਕੀਤਾ ਗਿਆ ਤਾਂ ਤਕਰੀਬਨ ਇਹ ਗੱਲ ਜਿਹੜੀ ਹੈ ਅਖਬਾਰਾਂ ਦੇ ਵਿੱਚ ਵੀ ਆਈ ਹੈ। ਉਹਦੇ ਪਿੱਛੇ ਵਿਰੋਧਤਾ ਕਰਨ ਦਾ ਮੂਲ ਕਾਰਨ ਇਹ ਹੈ ਕਿ ਉਸ ਦੀ ਸਿੱਖ ਨਸਲਕੁਸ਼ੀ ਦੇ ਵਿੱਚ ਜਿਹੜੀ ਭੂਮਿਕਾ ਹੈ ਉਹ ਜਿਹੜਾ ਕੇਸ ਹੈ ਉਹ CBI ਦੀ ਜਾਂਚ ਦੇ ਅਧੀਨ ਹੈ। ਤੇ ਉਹਦੇ ਨਾਲ ਇੱਕ ਹੋਰ ਗੱਲ ਬੜੀ ਅਹਿਮ ਹੈ ਕਿ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਜਗਦੀਸ਼ ਟਾਈਟਲਰ ਨੂੰ ਕਾਂਗਰਸ ਦਾ ਪਰਮਾਨੈਂਟ ਇਨਵਾਈਟੀ ਕਿਉਂ ਨਾਮਜ਼ਦ ਕੀਤਾ ਗਿਆ ਜਦੋਂ ਕਿ ਉਸ ਦੇ ਖਿਲਾਫ ਇੱਕ ਇੰਨੇ ਸੰਗੀਨ ਜੁਰਮ ਦੀ ਜਿਹਦੇ ਵਿੱਚ ਇੱਕ ਕੌਮੀਅਤ ਦੀ ਇੱਕ ਖਾਸ ਸਾਜ਼ਿਸ਼ੀ ਵਿਧ ਦੇ ਨਾਲ ਨਸਲਕੁਸ਼ੀ ਕੀਤੀ ਗਈ ਹੈ ਉਹਦੇ ਖਿਲਾਫ ਜਾਂਚ ਚੱਲ ਰਹੀ ਹੈ, ਤਾਂ ਉਸ ਵੇਲੇ ਦਿੱਲੀ ਤੋਂ ਕਾਂਗਰਸ ਦੇ ਇੱਕ ਅਹਿਮ ਆਗੂ ਨੇ ਕਿਹਾ ਕਿ ਬੇਸ਼ੱਕ ਅਸੀਂ ਕਹਿ ਸਕਦੇ ਹੋ ਕਿ ਇਹ ਅਖਬਾਰਾਂ ਦੇ ਵਿੱਚ ਹੁਣ ਉਹ ਆਇਆ ਪਰ ਉਹ ਪਿਛਲੇ 30 ਸਾਲਾਂ ਤੋਂ ਇਸੇ ਹੀ ਅਹੁਦੇ ਉੱਪਰ ਸੀ। ਔਰ ਮੈਂ ਸੋਚਦਾ ਕਿ ਫਿਰ ਇਹ ਪਹਿਲਾਂ ਤੋਂ ਵੀ ਮਾੜੀ ਗੱਲ ਹੈ ਕਿਉਂਕਿ 30 ਸਾਲ ਤਕਰੀਬਨ 3 ਦਹਾਕੇ ਜਦੋਂ ਤੋਂ ਪਤਾ ਹੈ ਕਿ ਉਹ ਇੱਕ ਇੰਨੇ ਵੱਡੇ ਕਤਲੇਆਮ ਦੇ ਵਿੱਚ ਜਾਂ ਇੱਕ ਕੌਮੀਅਤ ਦੇ ਘਾਣ ਦੇ ਵਿੱਚ ਦੋਸ਼ੀ ਹੈ ਤਾਂ ਉਸ ਵਿਅਕਤੀ ਨੂੰ ਅਜਿਹੇ ਅਹੁਦਿਆਂ ਦੇ ਉੱਪਰ ਨਾਮਜ਼ਦ ਕਰਨਾ ਜਾਂ ਫਿਰ ਕਰੀ ਰੱਖਣਾ ਮੇਰੇ ਖਿਆਲ ਦੇ ਨਾਲ ਇਹ ਬਹੁਤ ਵੱਡਾ ਗੁਨਾਹ ਹੈ। ਜੇਕਰ ਇਸ ਸਾਰੇ ਵਰਤਾਰੇ ਦੇ ਪਿਛੋਕੜ ਵੱਲ ਜਾਣਾ ਹੋਵੇ ਤਾਂ ਦਿੱਲੀ ਦੇ ਵਿੱਚ ਪੁੱਲ ਬੰਗਸ਼ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਰਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਕਹਿ ਸਕਦੇ ਕਿ ਹਲਫੀਆ ਬਿਆਨ ਜਿਹੜਾ ਸਹੁੰ ਖਾ ਕੇ ਦਿੱਤਾ ਉਹ ਹਲਫੀਆ ਬਿਆਨ ਜਿਹੜਾ ਸੀ ਉਹ ਦਿੱਤਾ ਗਿਆ ਜਿਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ 1984 ਨਵੰਬਰ ਦੇ ਵਿੱਚ ਜਗਦੀਸ਼ ਟਾਈਟਲਰ ਜਿਹੜਾ ਕਿ ਉਸ ਹਲਕੇ ਤੋਂ ਮੈਂਬਰ ਪਾਰਲੀਮੈਂਟ ਸੀ ਉਸ ਨੇ ਗੁਰਦੁਆਰਾ ਸਾਹਿਬ ਨੂੰ ਸਾੜਨ ਦੇ ਵਾਸਤੇ ਤੇ ਲੋਕਾਂ ਨੂੰ ਕਤਲ ਕਰਨ ਦੇ ਵਾਸਤੇ ਉਕਸਾਇਆ। ਔਰ ਉਸ ਦੇ ਉਕਸਾਉਣ ਤੋਂ ਬਾਅਦ ਹੀ ਇੱਕ ਬਾਦਲ ਸਿੰਘ ਨਾਮ ਦਾ ਜਿਹੜਾ ਸਿੱਖ ਸੀ ਉਸ ਨੂੰ ਜਿਉਂਦਾ ਸਾੜ ਦਿੱਤਾ ਗਿਆ। ਸੋ ਇਹਦੇ ਵਿੱਚ ਬੜਾ ਸਪਸ਼ਟ ਸੀਗਾ ਉਸ ਹਲਫਨਾਮੇ ਦੇ ਵਿੱਚ ਕਿ ਜਗਦੀਸ਼ ਟਾਈਟਲਰ ਨੇ ਹੀ ਲੋਕਾਂ ਨੂੰ ਉਕਸਾਇਆ। ਉਸ ਤੋਂ ਬਾਅਦ ਚੱਲਦਿਆਂ ਜਿਸ ਤਰ੍ਹਾਂ ਅਦਾਲਤੀ ਜਾਂਚ ਚੱਲਦੀ ਰਹੀ ਉਹ ਤੁਸੀਂ ਸਾਰੇ ਜਾਣਦੇ ਹੋ ਕਿਸ ਤਰ੍ਹਾਂ ਕਮਿਸ਼ਨ ਦਰ ਕਮਿਸ਼ਨ, ਕੇਸ ਦਰ ਕੇਸ, ਅਦਾਲਤਾਂ, ਜੱਜਾਂ ਦੀਆਂ ਬਦਲੀਆਂ, ਬਹੁਤ ਕੁਝ ਸਾਰਾ ਉਸ ਵਰਤਾਰੇ ਦੇ ਵਿੱਚ ਵਾਪਰਿਆ। ਨਾਨਾਵਤੀ ਕਮਿਸ਼ਨ ਜਦੋਂ ਇਸ ਸਾਰੇ 1984 ਦੇ ਵਰਤਾਰੇ ਦੀ ਜਾਂਚ ਕਰਨ ਦੇ ਵਾਸਤੇ ਬਣਾਇਆ ਗਿਆ ਤਾਂ ਉਸ ਵੇਲੇ ਜਦੋਂ ਜਗਦੀਸ਼ ਟਾਈਟਲਰ ਨੂੰ ਤਲਬ ਕੀਤਾ ਗਿਆ ਤਾਂ ਉਹਦੇ ਵੱਲੋਂ ਜਿਹੜਾ ਦੁਬਾਰਾ ਜਿਹੜਾ ਹਲਫਨਾਮਾ ਦਾਇਰ ਕੀਤਾ ਗਿਆ ਉਹਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਸੁਰਿੰਦਰ ਸਿੰਘ ਨੇ ਦੁਬਾਰਾ ਦਿੱਤੇ ਹਲਫਨਾਮੇ ਦੇ ਵਿੱਚ ਇਹ ਕਹਿ ਦਿੱਤਾ ਹੈ ਕਿ ਉਸ ਸਾਰੇ ਘਟਨਾਕ੍ਰਮ ਦੇ ਵਿੱਚ ਜਗਦੀਸ਼ ਟਾਈਟਲਰ ਦਾ ਕੋਈ ਦੋਸ਼ ਨਹੀਂ ਸੀ। ਇਹ ਜਿਹੜਾ ਦੂਸਰਾ ਹਲਫਨਾਮਾ ਸੀ ਅਗਸਤ 2002 ਦੇ ਵਿੱਚ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਦਿੱਤਾ ਗਿਆ। ਹੁਣ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਨਾਲ ਨਾਨਾਵਤੀ ਕਮਿਸ਼ਨ ਨੇ ਵੀ ਇਸ ਗੱਲ ਦੇ ਉੱਪਰ ਸ਼ੰਕਾ ਜ਼ਾਹਰ ਕੀਤਾ ਔਰ ਨਾਨਾਵਤੀ
कमीशन ने बकायदा तौर के उपर बाद सुरिंदर सिंह नूं जदों इस दे वास्ते तलब किया जां बुलाया तो उसने कहा कि जिहड़ा पहला हल्फनामा सी वो अंग्रेजी दे विच सी ते वो अनपढ़ है, उसके कोलों दस्तखत करवा ले गए। पर इहदे पिछे एक बड़ा अहम तत्त है कि जां तां उसनूं खरीदिया गया जां फिर उसनूं धमकाया गया। खरीदण जां धमकाउण दे विच एक अहम भूमिका जिहड़ी सीगी वो प्रहलाद सिंह चंडोक जिहड़ा कुछ समय दिल्ली गुरुद्वारा मैनेज कमेटी का मुख सेवादार भी रहा, उहदे वल्लों जिहड़ी सी निभाई गई। इसका खुल के खुलासा सिख फोरम के जिहड़े जनरल जगजीत सिंह अरोड़ा, उही जनरल जगजीत सिंह अरोड़ा जिन्हां ने बंगलादेश दे विच मुक्ति बानी फौज जिहड़ी सीगी वो बना के जिसका इंचार्ज ਲੈਫਟੀਨੈਂਟ जनरल शबेग सिंह ਨੂੰ ਬਣਾਇਆ ਸੀ ਤੇ ਉਹਨਾਂ ਨੇ ਇਹ ਦੁਨੀਆ ਦਾ ਸ਼ਾਇਦ ਸਭ ਤੋਂ ਵੱਡਾ ਆਤਮ ਸਮਰਪਣ ਸੀ ਜਦੋਂ 91,000 ਪਾਕਿਸਤਾਨੀ ਫੌਜੀਆਂ ਨੇ ਆਪਣੇ ਹਥਿਆਰ ਜਿਹੜੇ ਸੀ ਜਨਰਲ ਜਗਜੀਤ ਸਿੰਘ ਅਰੋੜਾ ਦੇ ਅੱਗੇ ਰੱਖੇ ਸੀ। ਜਨਰਲ ਜਗਜੀਤ ਸਿੰਘ ਅਰੋੜਾ ਦੇ ਘਰ ਦੇ ਉੱਪਰ ਵੀ ਇਹਨਾਂ ਦੰਗਈ ਲੋਕਾਂ ਦੇ ਵੱਲੋਂ ਹਮਲਾ ਕਰਨ ਦੀ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਸਿੱਖ ਫੋਰਮ ਦੇ ਵਿੱਚ ਬਾਅਦ ਦੇ ਵਿੱਚ ਇਸ ਸਾਰੇ ਕਹਿ ਸਕਦੇ ਹੋ ਕਿ ਵਰਤਾਰੇ ਦੇ ਵਿੱਚ ਦੋਸ਼ੀਆਂ ਦੀ ਭੂਮਿਕਾ ਸਾਹਮਣੇ ਲਿਆਉਣ ਦੇ ਵਿੱਚ ਵੀ सरदार जगजीत सिंह अरोड़ा ने बहुत अहम भूमिका निभाई। हुण जदों ये सारे बदले बयान का पता चलिया, जदों सारी गल सामने आई तो नानावती कमीशन के सामने टाइटलर ने जिहड़ा कह सकते हो कि इस बयान की जानकारी दी, वो कमीशन के वास्ते होर भी जिहड़ा सीगा वो हैरानीजनक सीगा क्योंकि उस तो बाद ये गल भी सामने आई कि 10 नवंबर 1984 नूं ਜਿਹੜਾ ਸੀਗਾ ਜਗਦੀਸ਼ ਟਾਈਟਲਰ ਦੇ ਵੱਲੋਂ ਸੁਰਿੰਦਰ ਸਿੰਘ ਦੇ ਨਾਲ ਕਿਸੇ ਦੇ ਰਾਹੀਂ ਸੰਪਰਕ ਸਥਾਪਿਤ ਕੀਤਾ ਗਿਆ ਔਰ ਉਹਦੇ ਉੱਪਰ ਕੋਰੇ ਕਾਗਜ਼ਾਂ ਦੇ ਉੱਪਰ ਦਸਤਖਤ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਿਸ ਦਾ ਉਸ ਵੱਲੋਂ ਪਹਿਲਾਂ ਇਨਕਾਰ ਕਰ ਦਿੱਤਾ ਗਿਆ। ਬਾਅਦ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਟਾਈਟਲਰ ਜਿਹੜਾ ਉਹਦੇ ਸੰਪਰਕ ਦੇ ਵਿੱਚ ਕਿਉਂ ਨਹੀਂ ਸੀ। ਜੇਕਰ ਪਹਿਲਾ ਜਿਹੜਾ ਐਫੀਡੇਵਿਟ ਹੈ ਉਹ ਗਲਤ ਸੀ ਜਾਂ ਦੂਜਾ ਦੇਣ ਦੀ ਲੋੜ ਕਿਉਂ ਪਈ, ਦੂਜੇ ਦੇ ਵਿੱਚ ਟਾਈਟਲਰ ਦਾ ਬਚਾਅ ਕਿਉਂ ਕੀਤਾ ਗਿਆ। ਹੁਣ ਉਹਦੇ ਪਿੱਛੇ ਦੋ ਹੀ ਕਾਰਨ ਸੀ ਕਿ ਜਾਂ ਤਾਂ ਸੁਰਿੰਦਰ ਸਿੰਘ ਨੂੰ ਧਮਕਾਇਆ ਗਿਆ ਤੇ ਜਾਂ ਫਿਰ ਉਸ ਨੂੰ ਲਾਲਚ ਦੇ ਵਿੱਚ ਲਿਆਂਦਾ ਗਿਆ। ਬਕਾਇਦਾ ਸਿੱਖ ਫੋਰਮ ਦੇ ਵੱਲੋਂ उस वेले उसके नाल संबंध स्थापित करने की भी कोशिश की गई पर उस नूं दिल्ली गुरुद्वारा मैनेजमेंट कमेटी के उस वेले का जिहड़ा मुख सेवादार सी प्रहलाद चंडोक उहदे वल्लों कनेडा भेज दिता गया और वापसी के उपर उस नूं एक होर गुरुद्वारा साहब का ग्रंथी जिहड़ा सीगा वो नियुक्त कर दिता गया। ये गल भी सांझी करनी बहुत जरूरी है कि इसे ही प्रहलाद चंडोक ने उस वेले दिल्ली गुरुद्वारा प्रबंधक कमेटी के मुखी हुंदियां जगदीश टाइटलर नूं सन्मानित भी कीता सी जिस दियां बहुत सारिया फोटोआं अखबारां दे विच ते पंथक मैगजीनां दे विच भी छपियां सन ते उस वेले जिहड़ियां सिख सुहिरदता दे नाल पंथ दर्द नूं समझण वालियां सिख जथेबंदियां ने उन्हां ने बकायदा तौर ते अकाल तख्त साहब दे जथेदार दे कोलों मंग भी कीती सी कि प्रहलाद सिंह चंडोक नूं सख्त सज़ा दित्ती जावे क्योंकि एक तां इस ने सिख नस्लकुशी दे दोषी नूं सन्मानित कीता है, दूजे जिहड़े 1984 दे इस सिख नस्लकुशी दे गवाह ने उन्होंने डरा के धमका के जां लालच दे के उन्होंने गवाहियां तो मुकरन दे वास्ते मजबूर किया जा रहा है क्योंकि बहुत सारे थावां दे उपर ये गल्लां जिहड़ियां सामने आउंदियां सी कि प्रहलाद सिंह चंडोक दे जिथे बहुत चंगे संबंध ने जगदीश टाइटलर दे नाल उत्थे प्रहलाद सिंह चंडोक कुछ अपने आदमियों के राही जिहड़े इस वरतारे दे प्रतखदर्शी गवाह सन उन्होंने मुकराउण दे वास्ते भी बड़ी अहम भूमिका निभा रहा सी। सो सिख फोरम दे JS अरोड़ा ने दिल्ली गुरुद्वारा प्रबंधक कमेटी के नाल भी उस वेले संबंध स्थापित किया और उस तो बाद हरजिंदर सिंह मठारू जिहड़े दिल्ली गुरुद्वारा प्रबंधक कमेटी के नाल संबंध रखते सन उन्होंने बकायदा तौर पर सुरिंदर सिंह के कोलों स्पष्टीकरण भी मंगया जिहदे जवाब दे विच जिसका जिक्र सिख फोरम के वल्लों किया गया सी कि उहदे जवाब दे विच ये गल कह दी गई सुरिंदर सिंह के वल्लों कि मैं स्पष्टीकरण दे के सारे तत्थ नूं साफ तो स्पष्ट तां कर सकता हाँ जेकर मेरी जान माल की राखी की जिम्मेवारी जिहड़ी वो चुकी जाए। उस तो बाद प्रहलाद सिंह चंडोक का नाम इस दे विच सामने आउंदा सी कि गवाहां नूं मुकराउण दे विच ये बहुत अहम भूमिका निभा रहा है। अकाल तख्त साहब के उपर भी सिख फोरम के वल्लों संपर्क स्थापित किया गया पर कोई खास सख्ती ना वरती गई। कह सकते हो कि सियासी दबाव के अधीन चंडोक नूं कोई खास सज़ा ना दिती गई ना कोई पुछ पड़ताल की गई। जे किते सख्ती दे नाल उस समय इस नूं किसी ना किसी रूप दे विच पंथक जथेबंदियां दे वल्लों
कह सकते हैं कि इसकी जांच की जाती तो होर भी कई भेद खुलने सी जिहड़े कि रह गए। सो राजसी दबाव के करके चंडोक के खिलाफ कोई कार्रवाई ना हो सकी ते अकाल तख्त साहब तो बिना सज़ा ही माफ़ी वाला जिहड़ा वरतारा सी वो वापर गया। बेशक कि अकाल तख्त साहब के उपर सिख फोरम के वलों कई चिट्ठियां भी लिखियां गईयां कि होर कुछ नहीं तो प्रहलाद सिंह चंडोक नूं इन्नी तो वार्निंग दे दी जाए कि जिहड़े जून 84 के इस सिख नस्लकुशी के नाल संबंधित गवाह ने उन्हां दे नाल इहदे कोई संबंध नहीं होने चाहिए। उस समय सरदार डॉक्टर अमरीक सिंह, मेजर MS चड्डा, लैफ्टिनेंट कर्नल सरदार मनमोहर सिंह, HS फूलका, विंग कमांडर RS छतवाल ते डॉक्टर AS नारंग, ये बहुत कह सकते हो कि सूझवान सिख सी जिहड़े दिल्ली की सिख नस्लकुशी के कातलों नूं लभण दे विच या फिर कह सकते हो कि कानूनी लड़ाई लड़न तो बाद उन्होंने सज़ा दिवाउण दे वास्ते बड़ी अहम भूमिका निभा रहे सन। पर उस वेले अकाल तख्त साहब के उपर इस गल नूं बड़ी गंभीरता दे नाल ना लिया गया ते जिहड़ा प्रहलाद सिंह चंडोक सी उसनूं कह सकते हो कि बिना सज़ा तो एक तरीके दे नाल माफ़ी दे दी गई। बेशक कि चंडोक ने होर भी कई गवाहां नूं मकराउण दा जां उन्हां दे उपर दबाव बनाउण दा कोशिश कीता। हुण टाइटलर के खिलाफ जिहड़ी मुख गवाही सी जां कह सकते हो कि जिहड़ा गवाह टिकिया वो सी सरदार जसबीर सिंह। सरदार जसबीर सिंह ने जिहड़ी सी वो गवाही दित्ती। बेशक कि उन्हां दे उपर भी बहुत दबाव सी, उन्हां दे उपर भी बहुत सारा कह सकते हो कि लालच देने की भी कोशिश की गई। उन्हां दे परिवार वालों भी इस गल का एक खुलासा किया गया सी कि उन्हां नूं एक पैसिਆਂ दा भरिया बैग देने की कोशिश की गई कि वो टाइटलर के खिलाफ गवाही ना दी जाए। पर उन्हां ने अपनी गवाही दे विच ये गल बड़ी स्पष्ट कह दी कि इस इलाके का जिहड़ा मैंबर पार्लीमेंट जगदीश टाइटलर सी इस ने लोकां नूं उकसाउंदियां ये गल कही सी कि मेरे इलाके दे विच वध तो वध सिखां दा कतलेआम होना चाहिए क्योंकि मैं कांग्रेस दा वड्डा लीडर हाँ। जेकर मेरे इलाके दे विच इंदिरा गांधी के कतल कांड का वड्डा प्रतिक्रम ना वापरिया तो बाकी लीडरां दे मुकाबले कांग्रेस दे विच जिहड़ी मेरी शाख है वो खराब हो जाएगी। सो सरदार जसबीर सिंह नूं धमकियां भी दित्तियां गईयां, एक डर दे विच एक खौफ दे विच भी उन्हां नूं जीण दे वास्ते जिहड़ा सी वो मजबूर किया गया। इस दा जिक्र अपने एक कह सकते हो कि बयान दे विच सिख फोरम नूं दित्ते बयान दे विच सरदार जसबीर सिंह हुणां दे परिवारक मैंबरां ने शायद उन्हां दी सस दा नाम जिहड़ा सीगा उस समय मैगजीनां दे विच आया सी बीबी गुरदीप कौर, जिन्हां ने बकायदा इसका जिक्र किया गया। उस तो बाद वो अमरीका चले गए और उन्होंने ये भी जिक्र किया कि बयान बदलने के वास्ते उन्होंने नोटां दा भरिया बैग दिता गया पर वो अपनी ज़मीर दे उपर कायम रहे क्योंकि इस सारे नस्लकुशी के वरतारे दे विच उन्हां दे तकरीबन परिवार जां रिश्तेदारी दे 50 व्यक्ति जिहड़े सीगे वो कह सकते अपनी जान गवा चुके सी। सो उस समय भी इस चंडोक ने बहुत सारी अहम भूमिका निभाई कि किसी ना किसी तरीके दे नाल जिहड़ा जगदीश टाइटलर है इनू क्लीन चिट दी जा सके, भाव कि इस नस्लकुशी के दोष तो मुक्त किया जा सके ते गवाहां नू डरा के जां धमका के जिहड़ा सीगा वो बिठा दिता जाए। हुण जदों इस नू कांग्रेस दे वल्लों अपना एक परमानेंट जिहड़ा सीगा इनवाइटी नामजद किया गया तो फिर 1984 खास करके दिन भी वो ने उही दिन जिन्हां दिनां दे विच सिखां दी नस्लकुशी हुई सी उन्हां दिनां दे विच भी जदों ये सुर्खियां अखबारां दा शिंगार बणियां कि 1984 के कतलेआम दे विच अहम भूमिका निभाउण वाले जगदीश टाइटलर नूं दोबारा कांग्रेस दे वल्लों जिहड़ा है वो परमानेंट इनवाइटी नियुक्त किया गया तो उस समय फिर अखबारां दे विच ये गल्लां आ गईयां कि बेशक 2007 दे विच 2009 दे विच ते 2014 दे विच इस केस की जिहड़ी है क्लोजर रिपोर्ट जिहड़ी है वो CBI दे वल्लों दायर की गई पर 2015 दे विच इस नस्लकुशी दे विच पीड़ित एक परिवार जां एक व्यक्ति वल्लों कड़कड़ डुमा अदालत दे विच पटीशन जिहड़ी सी वो पाई गई सी। बेशक वो अदालत ने पटीशन खारिज कर दी पर इहदे नाल ही CBI नूं ये आदेश जरूर जारी कर दिता कि इस केस की गंभीरता नूं वेखदे हुए CBI नूं अपनी जिहड़ी जांच है वो जारी रखनी चाहिए है। सो इस सारे वरतारे तो ये गल सामने आ जाती है कि बेशक कुछ सिख लीडरां की गदारी दे करके गवाहां नूं धमका के खरीद के लालच दे के डरा के एक खौफ दे विच
ਉਹਨਾਂ ਨੂੰ ਬੇਸ਼ੱਕ ਚੁੱਪ ਕਰਾ ਲਿਆ ਗਿਆ, ਪਰ ਇਸ ਸਿੱਖ ਨਸਲਕੁਸ਼ੀ ਦੇ ਵਿੱਚ ਜਿਹੜੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਅਜੇ ਵੀ ਕਾਂਗਰਸ ਦੇ ਵੱਲੋਂ ਅਹੁਦਿਆਂ ਦੇ ਨਾਲ ਨਵਾਜਿਆ ਜਾ ਰਿਹਾ ਹੈ। ਸਿੱਖਾਂ ਨੂੰ ਕਿਤੇ ਨਾ ਕਿਤੇ ਇਹਨਾਂ ਸਾਰੇ ਮਸਲਿਆਂ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਵਾਚਣ ਦੀ, ਸੋਚਣ ਦੀ ਤੇ ਵਿਚਾਰਨ ਦੀ ਜ਼ਰੂਰਤ ਹੈ। ਸੋ ਇੰਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ। ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।